ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵਿਚਾਰ ਕਰਾਂਗੇ ਸਿਮਰਨ ਦੇ ਉੱਪਰ ਕਿ ਸਿਮਰਨ ਹੈ ਕੀ। ਆਮ ਤੌਰ ਤੇ ਅਸੀਂ ਦੇਖਦੇ ਹਾਂ ਸੰਸਾਰ ਦੇ ਵਿੱਚ ਮੋਸਟਲੀ ਹਰ ਧਰਮ ਦੇ ਵਿੱਚ ਆਪਣੇ ਆਪਣੇ ਮਤ ਅਨੁਸਾਰ ਕੋਈ ਵੀ ਇੱਕ ਅੱਖਰ ਲੈ ਕੇ ਜੀਵਾ ਦੇ ਨਾਲ ਰਟਿਆ ਜਾਂਦਾ, ਉਸ ਦਾ ਰਟਨ ਕਰਦੇ ਹਾਂ, ਉਸ ਨੂੰ ਦੁਹਰਾਉਂਦੇ ਹਾਂ ਅਤੇ ਉਸ ਨੂੰ ਅਸੀਂ ਸਿਮਰਨ ਕਹਿ ਦਿੰਦੇ ਹਾਂ। ਪਰ ਜੇਕਰ ਅਸੀਂ ਥੋੜ੍ਹੀ ਹੋਰ ਗਹਿਰਾਈ ਵਿੱਚ ਜਾਈਏ ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਸਿਮਰਨ ਉਦੋਂ ਹੀ ਸ਼ੁਰੂ ਹੋ ਜਾਂਦਾ ਹੈ ਜਦੋਂ ਜੀਵ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ। ਜਦ ਕੋਈ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਉਹ ਉਦੋਂ ਵੀ ਸਿਮਰਨ ਕਰ ਰਿਹਾ ਹੁੰਦਾ ਹੈ। ਅਤੇ ਉਦੋਂ ਉਹ ਬੱਚਾ ਸਿਮਰਨ ਕਿਵੇਂ ਕਰਦਾ ਜਦ ਕਿ ਉਸ ਬੱਚੇ ਦੀ ਹਜੇ ਜੀਭ ਵੀ ਨਹੀਂ ਹੁੰਦੀ, ਉਸਦੇ ਕੋਲ ਕੋਈ ਧਰਮ ਵੀ ਨਹੀਂ ਹੁੰਦਾ ਕਿਉਂਕਿ ਉਹ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ। ਉਸ ਨੂੰ ਕਿਸੇ ਧਰਮ ਦੀ ਪਛਾਣ ਵੀ ਨਹੀਂ ਹੁੰਦੀ, ਨਾ ਉਸ ਨੂੰ ਕਿਸੇ ਅੱਖਰ ਦੀ ਪਛਾਣ ਹੁੰਦੀ ਹੈ, ਨਾ ਉਸ ਨੂੰ ਕਿਸੇ ਭਾਸ਼ਾ ਦੀ ਪਹਿਚਾਣ ਹੁੰਦੀ ਹੈ ਨਾ। ਅਤੇ ਗੁਰੂ ਸਾਹਿਬ ਜੀ ਸਾਨੂੰ ਇਹ ਵੀ ਸਮਝਾਉਣਾ ਕਰਦੇ ਨੇ ਕਿ ਬ੍ਰਹਮੰਡ ਦੇ ਵਿੱਚ ਹਰ ਸ਼ੈ ਜੋ ਮਾਲਕ ਨੇ ਬਣਾਈ ਹੈ ਉਸ ਦਾ ਸਿਮਰਨ ਕਰ ਰਹੀ ਹੈ। ਕਹਿ ਲਓ ਜਿਤਨੇ ਵੀ ਜੀਵ ਜੰਤੂ ਪਰਮਾਤਮਾ ਨੇ ਬਣਾਏ ਹੈ ਉਹਨਾਂ ਦੇ ਕੋਲ ਵੀ ਕੋਈ ਭਾਸ਼ਾ ਨਹੀਂ ਹੈ, ਉਹਨਾਂ ਦੇ ਕੋਲ ਵੀ ਕੋਈ ਅੱਖਰੀ ਗਿਆਨ ਨਹੀਂ ਹੈ, ਲੇਕਿਨ ਉਹ ਤਾਂ ਵੀ ਉਸ ਪਰਮਾਤਮਾ ਨੂੰ ਧਿਆ ਰਹੇ ਨੇ ਅਤੇ ਪਰਮਾਤਮਾ ਵੀ ਉਹਨਾਂ ਦੀ ਸਾਰ ਲੈ ਰਿਹਾ ਹੈ। ਐਗਜ਼ਾਮਪਲ ਵਜੋਂ ਜੇ ਆਪਾਂ ਦੇਖੀਏ, ਇੱਕ ਬੱਚਾ ਜਦੋਂ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਉਦੋਂ ਉਹ ਮਾਲਿਕ ਦਾ ਸਿਮਰਨ ਕਰਦਾ ਹੈ। ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਨੇ ਇਸ ਗੁਰਬਾਣੀ ਦੀ ਪੰਕਤੀ ਰਾਹੀਂ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਮਾਤਾ ਦੇ ਗਰਭ ਦੇ ਵਿੱਚ ਪਰਮਾਤਮਾ ਆਪਣਾ ਸਿਮਰਨ ਦਿੰਦਾ ਹੈ ਉਸ ਬੱਚੇ ਨੂੰ, ਮਤਲਬ ਉਹ ਬੱਚਾ ਮਾਤਾ ਦੇ ਗਰਭ ਦੇ ਵਿੱਚ ਪਰਮਾਤਮਾ ਦਾ ਸਿਮਰਨ ਕਰਦਾ ਹੈ, ਤਾਂ ਕਰਕੇ ਉਹ ਉਸ ਅਗਨ ਦੇ ਵਿੱਚ ਬਚਦਾ ਹੈ, ਉਸ ਮਾਤਾ ਦੇ ਉਦਰ ਦੇ ਵਿੱਚ ਬਚ ਜਾਂਦਾ ਹੈ। ਅਸੀਂ ਇੱਕ ਸ਼ਬਦ ਹੋਰ ਪੜ੍ਹਦੇ ਹਾਂ ਜਿਸ ਵਿੱਚ ਗੁਰੂ ਸਾਹਿਬ ਹੋਰ ਖੋਲ੍ਹ ਕੇ ਸਾਨੂੰ ਸਮਝਾਉਣਾ ਕਰਦੇ ਨੇ। ਕਹਿੰਦੇ ਨੇ, ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮਝਾਰ, ਉਰਦ ਮੁਖ ਕੁਚੀਲ ਵਿਕਲ ਨਰਕ ਕੋਰ ਗੁਬਾਰ, ਹਰ ਸਿਮਰਤ ਤੂੰ ਨਾ ਜਲੈ ਮਨ ਤਨ ਉਰ ਧਾਰ। ਹਰ ਸਿਮਰਤ, ਪਰਮਾਤਮਾ ਦਾ ਸਿਮਰਨ, ਉਹ ਬੱਚਾ ਜੋ ਹਜੇ ਮਾਤਾ ਦੇ ਗਰਭ ਦੇ ਵਿੱਚ ਹੀ ਹੈ ਉਹ ਉਸ ਦਾ ਸਿਮਰਨ ਕਰ ਰਿਹਾ ਹੈ। ਇਸ ਕਰਕੇ ਉਹ ਬਚਦਾ ਹੈ। ਕਿਉਂਕਿ ਉਹ ਆਪਣੇ ਮਨ ਦੇ ਅੰਦਰ ਉਸ ਪਰਮਾਤਮਾ ਦਾ ਸਿਮਰਨ ਕਰ ਰਿਹਾ, ਉਸ ਮਨ ਦੇ ਰਾਹੀਂ ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ। ਅਤੇ ਅਸੀਂ ਜਾਣਦੇ ਹਾਂ ਕਿ ਉਹ ਸਿਮਰਨ ਕਿਵੇਂ ਕਰਦਾ ਹੈ। ਜਦੋਂ ਜੀਵ ਦੇ ਅੰਦਰ ਪਰਮਾਤਮਾ ਜੋਤ ਟਿਕਾਉਂਦਾ ਹੈ, ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਪਰਮਾਤਮਾ ਆਪਣੀ ਜੋਤ ਉਸ ਦੇ ਅੰਦਰ ਟਿਕਾਉਂਦਾ ਹੈ ਅਤੇ ਉਹ ਜੋਤ ਕਿੱਥੇ ਰੱਖੀ ਜਾਂਦੀ ਹੈ? ਉਹ ਜੋਤ ਮਾਤਾ ਦੇ ਨੇਤਰਾਂ ਦੇ ਵਿੱਚ ਹੀ ਮਿਲ ਜਾਂਦੀ ਹੈ। ਅਤੇ ਮਾਤਾ ਦੇ ਨੇਤਰਾਂ ਦੇ ਵਿੱਚ ਬੈਠ ਕੇ ਉਸ ਬੱਚੇ ਦੀ ਜੋਤ ਇਹ ਸਾਹਮਣੇ ਵਸਦੇ ਪਰਮਾਤਮਾ ਨੂੰ ਧਿਆਉਂਦੀ ਹੈ, ਦੇਖ ਦੇਖ ਕੇ ਉਸ ਦਾ ਸਿਮਰਨ ਕਰਦੀ ਹੈ। ਉਸ ਦਾ ਦੇਖ ਕੇ ਹੀ ਸਿਮਰਨ ਉਹ ਕਰਦੀ ਹੈ। ਜੋਤ ਬੱਚੇ ਦੀ ਜੋ ਮਾਤਾ ਦੇ ਨੇਤਰਾਂ ਦੇ ਵਿੱਚ ਹੀ ਬੈਠ ਜਾਂਦੀ ਹੈ। ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ, ਉਹ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਂਦੀ ਹੈ। ਨਾਮ, ਅਸੀਂ ਇਸ ਵੱਲ ਹਜੇ ਜ਼ਿਆਦਾ ਨਹੀਂ ਜਾਵਾਂਗੇ, ਅਸੀਂ ਥੋੜ੍ਹਾ ਸਿਮਰਨ ਵੱਲ ਹੀ ਰਵਾਂਗੇ, ਉਸ 'ਤੇ ਹੀ ਡਿਸਕਸ਼ਨ ਕਰਾਂਗੇ। ਕਿਉਂਕਿ ਗੁਰੂ ਸਾਹਿਬ ਸਮਝਾਉਂਦੇ ਕਿਸੇ ਅੱਖਰ ਨੂੰ ਬਾਰ-ਬਾਰ ਰਟਣਾ ਨਾਮ ਨਹੀਂ ਹੈ। ਕਿਉਂ? ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਜੋ ਅੱਖਾਂ ਦੇ ਰਾਹੀਂ ਸਾਨੂੰ ਇਹ ਦ੍ਰਿਸ਼ਟਮਾਨ ਦਿਖ ਰਿਹਾ, ਅੱਖਰ ਦਿਸ ਰਿਹਾ, ਪਰਮਾਤਮਾ ਜਿਹੜਾ ਹੈ ਉਹਨਾਂ ਅੱਖਰਾਂ ਤੋਂ ਨਿਰਲੇਪ ਹੈ। ਕਿਉਂਕਿ ਜਿਤਨੇ ਵੀ ਅੱਖਰ ਹੈ ਉਹ ਪਰਮਾਤਮਾ ਦੇ ਨਾਮ ਦੀ ਮਹਿਮਾ ਨੂੰ ਬਿਆਨ ਕਰ ਰਹੇ ਨੇ, ਪਰ ਉਹ ਆਪ ਇਹਨਾਂ ਅੱਖਰਾਂ ਤੋਂ ਵੀ ਨਿਰਲੇਪ ਹੈ ਕਿਉਂਕਿ ਉਹ ਅਨਾਮ ਹੈ, ਉਸ ਦਾ ਕੋਈ ਨਾਮ ਨਹੀਂ ਹੈ। ਅਤੇ ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਉਹ ਮਾਤਾ ਦੇ ਨੇਤਰਾਂ ਦੇ ਵਿੱਚ ਉਸ ਦੀ ਜੋਤ ਬੈਠਦੀ ਹੈ ਅਤੇ ਉਸ ਦੇ ਰਾਹੀਂ, ਮਾਤਾ ਦੇ ਅੱਖਾਂ ਦੇ ਰਾਹੀਂ ਹੀ
ਸਾਹਮਣੇ ਵਸਦੇ ਪਰਮਾਤਮਾ ਨੂੰ ਦੇਖ ਰਿਹਾ ਹੈ। ਕਿਉਂ? ਕਿਉਂਕਿ ਪਰਮਾਤਮਾ ਸਾਹਮਣੇ ਹੈ। ਕਿਵੇਂ? ਸਾਨੂੰ ਸਵਾਸ ਕੌਣ ਦੇ ਰਿਹਾ ਹੈ? ਉਹ ਪਰਮਾਤਮਾ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਜਿੱਥੇ ਬੈਠ ਕੇ ਉਹ ਸਾਰਿਆਂ ਨੂੰ ਪਾਲ ਰਿਹਾ ਹੈ, ਸਵਾਸ ਦੇ ਰਿਹਾ ਹੈ। ਇਹ ਦਰ ਦੇ ਰਾਹੀਂ, ਇਸ ਦਰ ਦੇ ਰਾਹੀਂ ਸਾਰਿਆਂ ਨੂੰ ਸਵਾਸ ਦੇ ਰਿਹਾ ਹੈ ਤੇ ਪਾਲ ਰਿਹਾ ਹੈ। ਜਿਹੜੀ ਹਜੇ ਆਪਾਂ ਗੱਲ ਕੀਤੀ ਕਿ ਮਾਤਾ ਦੇ ਨੇਤਰਾਂ ਦੇ ਵਿੱਚ ਬੈਠ ਕੇ ਉਸ ਬੱਚੇ ਦੀ ਜੋਤ ਸਾਹਮਣੇ ਵਸਦੇ ਪਰਮਾਤਮਾ ਨੂੰ ਦੇਖ ਦੇਖ ਕੇ ਉਸ ਦਾ ਸਿਮਰਨ ਕਰਦੀ ਹੈ, ਕਿਉਂਕਿ ਉਹ ਜੋਤ ਕੇਵਲ ਨੇਤਰਾਂ ਦੇ ਵਿੱਚ ਹੀ ਪਰਮਾਤਮਾ ਟਿਕਾਉਂਦਾ ਹੈ ਤੇ ਇਸ ਦੀ ਗਵਾਹੀ ਗੁਰਬਾਣੀ ਗੁਰੂ ਆਪ ਸਾਨੂੰ ਦੇ ਰਹੀ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਕਿਤੇ ਵੀ ਹੋਰ ਜੋਤ ਦੇ ਟਿਕਾ ਦਾ ਮਨੁੱਖੀ ਜਿਹੜਾ 9 ਦੁਆਰਾਂ ਦਾ ਸਰੀਰ ਹੈ, ਇਸ 9 ਦੁਆਰਾਂ ਦੇ ਸਰੀਰ ਦੇ ਵਿੱਚ ਕਿਤੇ ਵੀ ਜੋਤ ਦੇ ਟਿਕਾ ਹੋਣ ਦੀ ਗੱਲ ਗੁਰਬਾਣੀ ਨਹੀਂ ਕਰ ਰਹੀ ਹੈ। ਗੁਰਬਾਣੀ ਕੇਵਲ ਸਾਨੂੰ ਸਮਝਾਉਣਾ ਕਰ ਰਹੀ ਹੈ ਕਿ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ। ਗੁਰੂ ਸਾਹਿਬ ਸਾਨੂੰ ਸਪਸ਼ਟ ਰੂਪਾਂ ਦੇ ਵਿੱਚ ਦੱਸ ਰਹੇ ਨੇ ਕਿ ਉਹ ਜੋਤ ਮਨੁੱਖ ਦੇ 9 ਦੁਆਰਾਂ ਦੇ ਵਿੱਚ ਕਿੱਥੇ ਟਿਕਾਈ ਜਾਂਦੀ ਹੈ, ਨੇਤਰਾਂ ਦੇ ਵਿੱਚ। ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ। ਜਦੋਂ ਤੱਕ ਆਪਣਾ ਗਿਆਨ ਨਹੀਂ ਹੁੰਦਾ ਕਿਸੇ ਜੀਵ ਨੂੰ, ਉਦੋਂ ਤੱਕ ਇਹ ਸੰਸਾਰ ਵਿਸ ਹੈ, ਜ਼ਹਿਰ ਹੈ। ਕਿਉਂ? ਤ੍ਰੈਗੁਣੀ ਸੰਸਾਰ ਹੈ। ਲੇਕਿਨ ਜਦੋਂ ਉਸ ਨੂੰ ਗਿਆਨ ਹੋ ਜਾਂਦਾ ਤੇ ਇਹੀ ਜਿਹੜਾ ਸੰਸਾਰ ਹੈ, ਇਹੀ ਹਰ ਕਾ ਰੂਪ ਬਣ ਜਾਂਦਾ ਹੈ ਤੇ ਉਹ ਨਜ਼ਰ ਆਉਂਦਾ ਹੈ। ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ। ਲੇਕਿਨ ਕਦੋਂ? ਜਦੋਂ ਗੁਰ ਦਾ ਗਿਆਨ ਸਾਨੂੰ ਮਿਲਦਾ ਹੈ, ਜਦੋਂ ਉਹ ਸਾਨੂੰ ਜੁਗਤ ਤਰੀਕਾ ਢੰਗ ਪਤਾ ਲੱਗਦਾ ਹੈ ਤੇ ਅਸੀਂ ਉਸ ਨੇੜੇ ਵਸਦੇ ਪਰਮਾਤਮਾ ਨੂੰ ਬੁੱਝ ਲੈਂਦੇ ਹਾਂ, ਉਸ ਨੂੰ ਵੇਖਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਉਹ ਇੱਕ ਹੀ ਹੈ ਜੋ ਸਾਰੇ ਥਾਵਾਂ 'ਤੇ ਆਪ ਸਮਾਇਆ ਹੋਇਆ ਹੈ, ਓਤ ਪੋਤ ਹੈ। ਹਰ ਬਿਨ ਅਵਰ ਨਾ ਦੇਖੋ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ। ਉਹ ਅੱਖਾਂ ਉਦੋਂ ਤੱਕ ਅੰਨੀਆਂ ਨੇ ਜਦੋਂ ਤੱਕ ਉਹ ਪਰਮਾਤਮਾ ਨੂੰ ਨਹੀਂ ਦੇਖਦੀਆਂ। ਲੇਕਿਨ ਜਦੋਂ ਸੱਚਾ ਗੁਰ ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ, ਜਦੋਂ ਸੱਚਾ ਗੁਰ ਸਾਨੂੰ ਮਿਲਦਾ ਹੈ, ਜੁਗਤ ਸਾਨੂੰ ਤਰੀਕਾ ਢੰਗ ਪਤਾ ਲੱਗ ਜਾਂਦਾ ਹੈ, ਗਿਆਨ ਸਾਨੂੰ ਪਤਾ ਲੱਗ ਜਾਂਦਾ ਹੈ, ਫਿਰ ਜਿਹੜਾ ਅੰਨੀ ਹੋਈ ਇਹ ਅੱਖਾਂ ਹੈ ਨਾ, ਇਹ ਵੀ ਦਿਵ ਦ੍ਰਿਸ਼ਟ ਹੋ ਜਾਂਦੀ ਹੈ, ਇਹਨੂੰ ਦਿਵ ਦ੍ਰਿਸ਼ਟੀ ਮਿਲ ਜਾਂਦੀ ਹੈ। ਉਹ ਦਿਵ ਦ੍ਰਿਸ਼ਟ ਐ ਨਹੀਂ ਕਿ ਸਾਨੂੰ ਅਸੀਂ ਪੁਰਾਣੇ ਕਾਲਾਂ 'ਚ ਕੀ ਚੱਲ ਰਿਹਾ ਸੀ, ਉੱਥੇ ਕੀ ਚੱਲ ਰਿਹਾ ਸੀ, ਜੋ ਉਸ ਨੂੰ ਦੱਸਦੇ, ਜੋ ਪ੍ਰੈਡਿਕਸ਼ਨ ਕਰਦੇ, ਉਹ ਦਿਵ ਦ੍ਰਿਸ਼ਟੀ ਹੈ। ਨਹੀਂ, ਜਿਹੜਾ ਉਸ ਪਰਮਾਤਮਾ ਨੂੰ ਜਿਹੜਾ ਇਸ ਇੱਥੇ ਰਮਿਆ ਹੋਇਆ ਹੈ, ਜਿਹੜਾ ਪਵਨ ਦੇ ਵਿੱਚ ਅਦ੍ਰਿਸ਼ਟ ਰੂਪ ਦੇ ਵਿੱਚ ਰਮਿਆ ਹੋਇਆ ਹੈ, ਸਾਡੀ ਅੱਖਾਂ ਉਸ ਨੂੰ ਨਹੀਂ ਦੇਖ ਪਾ ਰਹੀਆਂ। ਲੇਕਿਨ ਜਦੋਂ ਸਾਨੂੰ ਗੁਰ ਦਾ ਗਿਆਨ ਹੁੰਦਾ ਹੈ, ਉਸ ਸਤ ਗੁਰ ਦੇ ਰਾਹੀਂ ਅਸੀਂ ਉਸ ਨੇੜੇ ਵਸਦੇ ਸਾਹਮਣੇ ਵਸਦੇ ਪਰਮਾਤਮਾ ਨੂੰ ਦੇਖ ਲੈਂਦੇ ਹਾਂ, ਬੁੱਝ ਲੈਂਦੇ ਹਾਂ। ਤੇ ਉਹ ਜਿਹੜਾ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉਹ ਸਾਹਮਣੇ ਵਸਦੇ ਪਰਮਾਤਮਾ ਨੂੰ ਦੇਖ ਦੇਖ ਕੇ ਉਸ ਦੀ ਭਗਤੀ ਕਰਦਾ ਹੈ। ਨਦਰੀ ਸਤਿਗੁਰ ਸੇਵੀਐ, ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਸਾਵੇ, ਨਦਰੀ ਮਨ ਨਿਰਮਲ ਹੋਏ। ਉਹ ਨਦਰਾਂ ਦੁਆਰਾ ਅੱਖਾਂ ਰਾਹੀਂ ਉਸ ਪਰਮਾਤਮਾ ਦੀ ਸੇਵਾ ਕਰਦਾ ਹੈ। ਲੇਕਿਨ ਜਦੋਂ ਉਹ ਜੀਵ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਆਉਂਦਾ ਹੈ, ਉਸ ਦਾ ਨਾੜੂਆ ਕੱਟਿਆ ਜਾਂਦਾ ਹੈ, ਉसी टाइम परमात्मा की खेल रचांदा है। 9 द्वारे प्रगट कीए 10वां गुप्त रखाया। ਉਹ 9 ਦੁਆਰਾ 10 ਦੁਆਰਾਂ ਦਾ ਜਿਹੜਾ ਸਰੀਰ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਜਦੋਂ ਉਹ ਸਰੀਰ ਮਾਤਾ ਦੇ ਗਰਭ ਚੋਂ ਬਾਹਰ ਆਉਂਦਾ ਹੈ, ਨਾੜੂਆ ਉਹਦਾ ਕੱਟਿਆ ਜਾਂਦਾ ਹੈ ਤੇ ਜਿਹੜੀ ਉਹਦੀ ਜੋਤ ਹੈ, ਜਿਹੜੀ ਪਹਿਲੇ ਮਾਤਾ ਦੇ ਅੱਖਾਂ ਦੇ ਵਿੱਚ ਬੈਠ ਕੇ ਸੰਸਾਰ ਨੂੰ ਦੇਖ ਰਹੀ ਹੁੰਦੀ ਹੈ, ਉਹ ਜਿਹੜੀ ਜੋਤ ਹੈ ਉਹ ਉਸ ਦੇ ਵਿੱਚੋਂ ਨਿਕਲ ਜਾਂਦੀ ਹੈ। ਠੀਕ ਹੈ, ਤੇ ਉਹ ਉਸ ਬੱਚੇ ਦੇ ਨੇਤਰਾਂ ਦੇ ਵਿੱਚ ਜਾ ਕੇ ਬੈਠ ਜਾਂਦੀ ਹੈ। ਤੇ ਹੁੰਦਾ ਕੀ ਹੈ, ਪਰਮਾਤਮਾ ਜਿਹੜਾ ਹੈ 10ਵਾਂ ਦੁਆਰ ਜਿਹੜਾ ਹੈ ਉਹ ਗੁਪਤ ਕਰ ਦਿੰਦਾ ਹੈ। ਗੁਪਤ ਮਤਲਬ ਉਸ ਨੂੰ ਭੁਲਾ ਦਿੰਦਾ ਹੈ ਤੇ ਉਹ ਜਿਹੜਾ ਬੱਚਾ ਹੈ ਫਿਰ ਸੰਸਾਰ ਦੇ ਵਿੱਚ ਖੇਡਣ ਲਈ ਆ ਜਾਂਦਾ ਹੈ। ਖੇਡ ਕੀ ਹੈ? ਉਸ ਪਰਮਾਤਮਾ ਨੂੰ ਪੁੱਜਣਾ, ਉਸ 10ਵੇਂ ਦੁਆਰ ਦਾ ਗਿਆਨ ਲੈਣਾ, ਉਸ ਗੁਫਾ ਦਾ ਗਿਆਨ ਲੈਣਾ ਜਿੱਥੋਂ ਬੈਠ ਕੇ ਪਰਮਾਤਮਾ ਸਾਨੂੰ ਸਵਾਸ ਦੇ ਰਿਹਾ। ਗੁਫਾ ਦੇ ਅੰਦਰ ਬੈਠ ਕੇ ਉਸ ਗੁਫਾ ਦੇ ਅੰਦਰ ਵੜ ਕੇ ਉਸ ਪਰਮਾਤਮਾ ਨੂੰ ਲੱਭ ਲੈਣਾ, ਉਸ ਦੇ ਨਾਲ ਪਿਆਰ ਪਾ ਲੈਣਾ, ਹੈ ਨਾ। ਹੁਣ ਇੱਥੇ ਕਈ ਜੀਵਾਂ ਦਾ ਇਹ ਵੀ ਸਵਾਲ ਹੋ ਸਕਦਾ ਹੈ ਕਿ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਜੋਤ ਹੀ ਨਹੀਂ ਹੈ, ਉਹਨਾਂ ਦਾ ਕੀ? ਉਹ ਕਿਵੇਂ ਪਰਮਾਤਮਾ ਨੂੰ ਦੇਖਣਗੇ?
ਤੇ ਪਿਆਰਿਓ, ਗੁਰਬਾਣੀ ਗੁਰੂ ਜਿਹੜੀ ਹੈ ਉਹਨਾਂ ਜੀਵਾਂ ਨੂੰ ਅੰਧਾ ਨਹੀਂ ਕਹਿੰਦੀ ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਜੋਤ ਨਹੀਂ ਹੈ। ਗੁਰਬਾਣੀ ਗੁਰੂ ਉਹਨਾਂ ਨੂੰ ਅੰਧਾ ਕਹਿੰਦੀ ਹੈ ਜਿਹੜੇ ਅੱਖਾਂ ਦੇ ਵਿੱਚ ਜੋਤ ਹੁੰਦੇ ਹੋਏ ਇਹਨਾਂ ਅੱਖਾਂ ਰਾਹੀਂ ਸਾਹਮਣੇ ਵਸਦੇ ਪਰਮਾਤਮਾ ਨੂੰ, ਜੋ ਸਾਨੂੰ ਸਵਾਸ ਦੇ ਰਿਹਾ ਹੈ, ਉਸ ਨੂੰ ਨਹੀਂ ਪੁੱਜਦੇ, ਉਸ ਦੀ ਪਛਾਣ ਨਹੀਂ ਕਰਦੇ। ਅੰਧੇ ਉਹ ਜੀਵ ਨੇ ਜਿਹੜੇ ਸਾਹਮਣੇ ਵਸਦੇ ਪਰਮਾਤਮਾ ਨੂੰ ਨਹੀਂ ਦੇਖ ਰਹੇ। ਕਿਉਂਕਿ ਜੋਤ ਤੇ ਪਰਮਾਤਮਾ ਨੇ ਸਾਰਿਆਂ ਦੇ ਅੰਦਰ ਰੱਖੀ ਹੈ। ਮੰਨ ਲਓ ਜੇ ਸਾਡੇ ਘਰ ਦੇ ਵਿੱਚ ਕੋਈ ਇਲੈਕਟ੍ਰੀਕਲ ਅਪਲਾਇੰਸਿਸ ਹੈ, ਉਹ ਅਪਲਾਇੰਸਿਸ ਖਰਾਬ ਹੋ ਜੇ, ਬਟ ਇਲੈਕਟ੍ਰਿਸਿਟੀ ਤੇ ਪਿੱਛੋਂ ਆ ਹੀ ਰਹੀ ਹੈ, ਉਹ ਜੋਤ ਤੇ ਪਿੱਛੋਂ ਆ ਹੀ ਰਹੀ ਹੈ। ਜੇ ਅੱਗੇ ਬਟਨ ਖਰਾਬ ਹੋ ਜਾਣ, ਹੈ ਨਾ, ਤੇ ਅਸੀਂ ਨਹੀਂ ਦੇਖ ਸਕਦੇ। ਪਰ ਅੱਜ ਸਾਇੰਸ ਨੇ ਇੰਨੀ ਤਰੱਕੀ ਕਰ ਲਈ, ਜੇ ਪਰਮਾਤਮਾ ਚਾਹੇ, ਜੇ ਅਸੀਂ ਅੱਖਾਂ ਚੇਂਜ ਕਰ ਵੀ ਦਿੰਦੇ ਹਾਂ, ਡਾਕਟਰ ਅੱਖਾਂ ਚੇਂਜ ਕਰਦੇ ਆ ਤੇ ਉਹ ਮਨੁੱਖ ਦੇਖਣ ਲੱਗ ਜਾਂਦਾ ਹੈ। ਕਿਉਂਕਿ ਜੋਤ ਜਿਹੜੀ ਹੈ ਉਹ ਪਰਮਾਤਮਾ ਨੇ, ਉਹ ਬਟਨ ਜਿਹੜੇ ਆ ਉਹ ਪਰਮਾਤਮਾ ਨੇ ਖਰਾਬ ਕੀਤੇ, ਅੱਖਾਂ ਪਰਮਾਤਮਾ ਨੇ ਉਹਦੀਆਂ ਲਈਆਂ। ਲੇਕਿਨ ਜੇ ਪਰਮਾਤਮਾ ਅੱਖਾਂ ਦੇ ਤੇ ਉਹ ਦੇਖਣਾ ਵੀ ਸ਼ੁਰੂ ਕਰ ਦਿੰਦੇ ਆ। ਹੁਣ ਜੋ ਮਨੁੱਖ ਪਹਿਲੇ ਤੋਂ ਹੀ ਅੰਧਾ ਹੈ, ਜਿਸ ਨੂੰ ਨਹੀਂ ਦਿਸ ਰਿਹਾ, ਪਿਆਰਿਓ, ਕੀ ਹੁੰਦਾ ਹੈ ਜਿਹਨੇ ਕਿਸੇ ਨੂੰ ਅੱਖਾਂ ਰਾਹੀਂ ਹਜੇ ਤੱਕ ਕਿਸੇ ਨੂੰ ਦੇਖਿਆ ਹੀ ਨਹੀਂ, ਉਸ ਦੇ ਅੰਦਰ ਤੇ ਸੰਸਾਰ ਵਸਿਆ ਹੀ ਨਹੀਂ, ਉਹ ਤ੍ਰੈ ਗੁਣਾਂ ਦੇ ਵਿੱਚ ਪਵੇਗਾ ਨਹੀਂ, ਉਹ ਜ਼ਿਆਦਾ ਵਿਚਾਰ ਲਏਗਾ ਹੀ ਨਹੀਂ, ਉਸ ਨੂੰ ਵਿਚਾਰਾਂ ਹੀ ਨਹੀਂ ਆਉਣਗੇ। ਕਿਉਂਕਿ ਵਿਚਾਰਾਂ ਉਦੋਂ ਸ਼ੁਰੂ ਹੁੰਦੀਆਂ ਜਦੋਂ ਅਸੀਂ ਕਿਸੇ ਨੂੰ ਦੇਖਦੇ ਹਾਂ ਇਹਨਾਂ ਅੱਖਾਂ ਦੇ ਰਾਹੀਂ, ਫਿਰ ਸਾਡੇ ਅੰਦਰ ਵਿਚਾਰਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਜੋਤ ਦੇ ਰਾਹੀਂ ਜਦੋਂ ਅਸੀਂ ਤ੍ਰੈ ਗੁਣੀ ਸੰਸਾਰ ਨੂੰ ਦੇਖਦੇ ਹਾਂ, ਤਾਂ ਹੀ ਸਾਡੇ ਅੰਦਰ ਵਿਚਾਰਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਸਿਮਰਨ ਅੱਖਾਂ ਦੇ ਰਾਹੀਂ ਇਸ ਸਾਹਮਣੇ ਵਸਦੇ ਪਰਮਾਤਮਾ ਨੂੰ ਦੇਖ ਦੇਖ ਕੇ ਕੀਤਾ ਜਾਂਦਾ ਹੈ। ਗੁਰਬਾਣੀ ਗੁਰੂ ਜੀ ਇੱਕ ਹੋਰ ਸਮਝਾਉਣਾ ਕਰਦੇ ਨੇ ਸਾਨੂੰ, ਅਸੀਂ ਪੜ੍ਹਦੇ ਵੀ ਹਾਂ ਰੋਜ਼, ਉੱਡੈ ਉੱਡ ਆਵੈਸੈ ਕੋਸਾ ਤਿਸ ਪਾਛੇ ਬਚਰੇ ਛਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ। ਅਸੀਂ ਜਾਣਦੇ ਹਾਂ ਉਹ ਕੁੰਜ ਪੰਛੀ ਨੂੰ, ਹੈ ਨਾ, ਜਿਹੜੇ ਕਈ ਕੋਸਾਂ ਦੂਰ ਉੱਡ ਕੇ ਆ ਜਾਂਦੀ ਹੈ। ਕਾਹਦੇ ਲਈ? ਆਪਣੇ ਭੋਜਨ ਦੀ ਖੋਜ ਦੇ ਵਿੱਚ, ਤੇ ਪਿੱਛੇ ਬੱਚਿਆਂ ਨੂੰ ਛੱਡ ਕੇ ਆ ਜਾਂਦੀ ਹੈ। ਤੇ ਉਹ ਬੱਚਿਆਂ ਨੂੰ ਆਵਾਜ਼ਾਂ ਮਾਰ ਮਾਰ ਕੇ ਯਾਦ ਨਹੀਂ ਕਰਦੀ ਹੈ, ਇੱਕ ਧਿਆਨ ਦੇ ਰਾਹੀਂ ਉਹ ਆਪਣੇ ਬੱਚਿਆਂ ਨੂੰ ਯਾਦ ਕਰਦੀ ਹੈ। ਜੇ ਸਾਡਾ ਕੋਈ ਜੀਵ ਘਰ ਦਾ ਮੰਨ ਲਓ ਸਾਡੇ ਤੋਂ ਦੂਰ ਕਿਤੇ ਹੋਰ ਕੰਟਰੀ ਦੇ ਵਿੱਚ ਚਲਾ ਜਾਂਦਾ ਹੈ, ਤੇ ਕੀ ਅਸੀਂ ਉਸ ਨੂੰ ਆਵਾਜ਼ਾਂ ਮਾਰ ਕੇ ਯਾਦ ਕਰਦੇ? ਨਹੀਂ, ਉਸ ਨੂੰ ਦੇਖ ਕੇ ਉਸ ਦਾ ਜਿਹੜਾ ਆਕਾਰ ਹੈ ਉਹ ਸਾਡੇ ਅੱਖਾਂ ਦੇ ਵਿੱਚ ਵਸ ਚੁੱਕਾ ਹੈ। ਤੇ ਜਦੋਂ ਅਸੀਂ ਉਸ ਦੇ ਵੱਲ ਧਿਆਨ ਲੈ ਕੇ ਜਾਂਦੇ ਹਾਂ, ਸਾਨੂੰ ਅੱਖਾਂ ਬੰਦ ਕਰਨ ਦੀ ਵੀ ਲੋੜ ਨਹੀਂ। ਸਵਤः ਹੀ ਜਦੋਂ ਧਿਆਨ ਉਸ ਦੇ ਵੱਲ ਜਾਂਦਾ ਹੈ ਤੇ ਉਹ ਸਿਮਰਨ ਹੋ ਜਾਂਦਾ ਹੈ, ਯਾਦ ਹੋ ਜਾਂਦਾ ਹੈ। ਸਿਮਰਨ ਯਾਨੀ ਕਿ ਯਾਦ, ਜਿਹਦੇ ਵਿੱਚ ਸਾਨੂੰ ਕੁਝ ਬੋਲਣ ਦੀ ਲੋੜ ਵੀ ਨਹੀਂ ਪੈਂਦੀ। ਇਸੇ ਤਰੀਕੇ ਨਾਲ ਜਦੋਂ ਅਸੀਂ ਪਰਮਾਤਮਾ ਦੀ ਪਛਾਣ ਕਰ ਲੈਂਦੇ ਹਾਂ, ਫਿਰ ਬੋਲਣ ਦੀ ਕੋਈ ਲੋੜ ਨਹੀਂ ਰਹਿੰਦੀ, ਉਸ ਦਾ ਸਿਮਰਨ ਦੇਖ ਦੇਖ ਕੇ ਹੀ ਹੋ ਰਿਹਾ ਹੁੰਦਾ ਹੈ। ਹੁਣ ਜੇਕਰ ਅਸੀਂ ਦੇਖੀਏ, ਗੁਰਬਾਣੀ ਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਹੈ, ਹਰ ਸੰਤੋ ਦੇਖੋ ਨਦਰ ਕਰ ਨਿਕਟ ਵਸੈ ਭਰਪੂਰ, ਗੁਰਮਤਿ ਜਿਨੀ ਪਛਾਣਿਆ ਸੇ ਦੇਖੇ ਸਦਾ ਹਦੂਰ। ਉਹ ਗੁਰ ਦੀ ਮੱਤ ਲੈ ਕੇ ਜਿਸਨੇ ਉਸ ਪਰਮਾਤਮਾ ਦੀ ਪਛਾਣ ਕਰ ਲਈ। ਕਿਸ ਪਰਮਾਤਮਾ ਦੀ? ਜੋ ਹਰ ਥਾਂ ਹਰ ਜਗ੍ਹਾ ਰਮਿਆ ਹੋਇਆ ਹੈ। ਅਸੀਂ ਇਸ ਨੂੰ ਡਿਸਕਸ ਵੀ ਕੀਤਾ ਸੀਗਾ, ਇੱਕ ਪੁਰਾਣੀ ਵੀਡੀਓ ਆਪ ਜੀ ਨੂੰ ਸੇਮ ਚੈਨਲ ਤੇ ਮਿਲ ਜਾਏਗੀ, ਵੈਰੀ ਫਸਟ ਵੀਡੀਓ ਹੈ, ਦਸਮ ਦਵਾਰ ਦੇ ਨਾਮ ਤੋਂ। ਉਸ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕਿ ਦਸਮ ਦਵਾਰ ਹੈ, ਉਸ ਦਸਮ ਦਵਾਰ ਦੇ ਅੰਦਰ ਪਰਮਾਤਮਾ ਹਰ ਥਾਂ ਵਿਰਾਜਮਾਨ ਹੈ। ਸਾਡੀ ਬੋਡੀ ਦੇ ਨਾਲ ਜੋ ਟੱਚ ਹੋ ਰਿਹਾ ਹੈ, ਇਹ ਸਭ ਕੁਝ ਮਾਲਕ ਆਪ ਹੀ ਹੈ। ਇਸ ਦੇ ਵਿੱਚ ਅਸੀਂ ਉਸ ਮਾਲਕ ਦੀ ਕੇਵਲ ਪਛਾਣ ਕਰਨੀ ਹੈ। ਤਾਂ ਜਦੋਂ ਅਸੀਂ ਗੁਰ ਦੀ ਮੱਤ ਲੈ ਕੇ ਉਸ ਜੁਗਤੀ ਦੁਆਰਾ, ਤਰੀਕੇ ਦੁਆਰਾ, ਵਿਧੀ ਦੁਆਰਾ ਉਸ ਮਾਲਿਕ ਨੂੰ ਬੁੱਝ ਲੈਂਦੇ ਹਾਂ ਜੋ ਸਦਾ ਸਾਡੇ ਨੇੜੇ ਹੈ, ਉਸ ਦੀ ਪਛਾਣ ਕਰ ਲੈਂਦੇ ਆ, ਸੇ ਦੇਖੇ ਸਦਾ ਹਦੂਰ। ਫਿਰ ਅਸੀਂ ਉਸ ਨੂੰ ਆਪਣੇ ਹਜੂਰ, ਆਪਣੇ ਸਾਹਮਣੇ ਹੀ ਜਾਣਦੇ ਹਾਂ, ਹੈ ਨਾ। ਹੁਣ ਕੀ ਹੈ, ਮਨੁੱਖ ਇੱਕ ਐਸਾ ਹੈ, ਕਹਿ ਲਓ ਕਿ ਸੰਸਾਰ ਦੇ ਵਿੱਚ ਜਿਹੜਾ ਬੋਲ ਬੋਲ ਕੇ, ਹੈ ਨਾ, ਕਿਸੇ ਅੱਖਰ ਨੂੰ ਰਿਪੀਟ ਕਰ ਕਰਕੇ ਹੀ ਉਸ ਨੂੰ ਸਿਮਰਨ ਜਾਣਦਾ। ਲੇਕਿਨ ਪਰਮਾਤਮਾ ਤੇ ਹਰ ਇੱਕ ਜੀਵ ਨੂੰ ਪਾਲ ਰਿਹਾ, ਚਾਹੇ ਕੋਈ ਪੰਛੀ ਹੋਵੇ, ਪਸ਼ੂ ਹੋਵੇ, ਜੰਤੂ ਕਿਉਂ ਨਾ ਹੋਵੇ। ਕਿ ਉਹ ਜੰਤੂ ਜਿਸ ਕੋਲ ਭਾਸ਼ਾ ਨਹੀਂ ਹੈ, ਹੈ ਨਾ, ਉਹ ਬੋਲੀ ਨਹੀਂ ਹੈ,
ਕਿਸੇ ਵੀ ਭਾਸ਼ਾ ਦਾ ਗਿਆਨ ਨਹੀਂ ਹੈ, ਉਹ ਕਿਵੇਂ ਪਰਮਾਤਮਾ ਨੂੰ ਜਾਣਦਾ ਹੈ, ਉਹ ਕਿਵੇਂ ਪਰਮਾਤਮਾ ਨੂੰ ਯਾਦ ਕਰਦਾ ਹੈ। ਉਹ ਵੀ ਪਰਮਾਤਮਾ ਨੂੰ ਯਾਦ ਕਰ ਰਿਹਾ ਹੈ, ਉਸ ਦੀ ਪਛਾਣ ਕਰਦਾ ਹੈ। ਉਸ ਨੂੰ ਵੀ ਪਤਾ ਹੈ ਕਿ ਪਰਮਾਤਮਾ ਸਾਹਮਣੇ ਵਸਦਾ, ਲੇਕਿਨ ਉਸ ਦੇ ਮਨ ਨੂੰ ਸਜ਼ਾ ਮਿਲੀ ਹੈ, ਉਸ ਦੀ ਜੀਭ ਕੱਟ ਦਿੱਤੀ ਗਈ ਹੈ। ਜੀਭ ਕੱਟਣ ਤੋਂ ਭਾਵ ਕਿ ਉਹ ਬੋਲ ਕੇ ਕੁਝ ਵੀ ਨਹੀਂ ਦੱਸ ਸਕਦਾ ਕਿ ਉਹ ਬਿਮਾਰ ਹੈ ਜਾਂ ਉਸ ਨੂੰ ਕਿਸ ਤਰੀਕੇ ਦੀ ਤਕਲੀਫ ਹੈ। ਉਹ ਇੱਕ ਜੂਨੀ ਭੋਗ ਰਿਹਾ ਹੈ। ਗੁਰੂ ਸਾਹਿਬ ਜੀ ਗੁਰਬਾਣੀ ਰਾਹੀਂ ਸਾਨੂੰ ਸਮਝਾਉਣਾ ਕਰਦੇ ਹੈ, ਜਲ ਥਲ ਜੀਆਂ ਪੂਰੀਆਂ ਲੋਆ ਆਕਾਰਾ ਆਕਾਰ। ਚਾਹੇ ਜਲ ਦੇ ਵਿੱਚ ਹੋਵੇ, ਥਲ ਦੇ ਵਿੱਚ ਹੋਵੇ, ਜਿੰਨੇ ਵੀ ਜੀਵ ਜੰਤੂ ਪਰਮਾਤਮਾ ਨੇ ਬਣਾਏ ਹੈ। ਓਏ ਜੇ ਆਖੇ ਸੋ ਤੂੰ ਹੈ ਜਾਣੈ ਤਿਨਾ ਵੀ ਤੇਰੀ ਸਾਰ। ਉਹ ਵੀ ਤੈਨੂੰ ਜਾਣਦੇ ਨੇ, ਤੇਰੇ ਅੱਗੇ ਪੁਕਾਰਾ ਕਰਦੇ ਨੇ, ਤੂੰ ਉਹਨਾਂ ਦੀ ਵੀ ਸਾਰ ਕਰਦਾ ਹੈ। ਕਿ ਉਹ ਬੋਲ ਬੋਲ ਕੇ ਪੁਕਾਰਾ ਕਰਦੇ ਨੇ? ਨਹੀਂ, ਉਹ ਇੱਕ ਪਛਾਣ ਕਰਦੇ ਨੇ। ਸਾਹਮਣੇ ਵਸਦੇ ਪਰਮਾਤਮਾ ਨੂੰ ਦੇਖ ਦੇਖ ਕੇ ਉਸ ਦੀ ਪਛਾਣ ਕਰਦੇ ਨੇ, ਉਸ ਦੇ ਅੱਗੇ ਅਰਦਾਸ ਕਰਦੇ ਨੇ। ਲੇਕਿਨ ਇੱਕ ਮਨੁੱਖ ਹੀ ਐਸਾ ਹੈ ਜੋ ਸਾਹਮਣੇ ਵਸਦੇ ਪਰਮਾਤਮਾ ਦੀ ਪਛਾਣ ਨਹੀਂ ਕਰ ਪਾ ਰਿਹਾ, ਜੋ ਸਾਨੂੰ ਸਾਹਮਣੇ ਬੈਠ ਕੇ ਸਵਾਸ ਦੇ ਰਿਹਾ ਹੈ, ਸਵਾਸਾਂ ਦੀ ਗਰਾਹੀ ਸਾਡੇ ਨੱਕ ਦੇ ਰਾਹੀਂ ਪਾ ਰਿਹਾ ਹੈ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਹੋਰ ਇੱਕ ਐਗਜ਼ਾਮਪਲ ਦੇ ਕੇ ਸਾਨੂੰ ਸਮਝਾਉਣਾ ਕਰਦੇ ਨੇ। ਕਹਿੰਦੇ ਨੇ, ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਨਾਮ ਉਚਰੈ। ਪੁਰਾਤਨ ਸਮੇਂ ਦੇ ਵਿੱਚ ਜੋਗੀ ਮਤ, ਹਿੰਦੂ ਤੇ ਮੁਸਲਮਾਨ, ਇਹ ਤਿੰਨੋਂ ਧਰਮ ਜਿਹੜੇ ਸੀਗੇ ਕਹਿ ਲਓ ਪ੍ਰਫੁੱਲਿਤ ਸੀਗੇ। ਉਸ ਸਮੇਂ ਇਹਨਾਂ ਦਾ ਜ਼ਿਆਦਾ ਬੋਲਬਾਲਾ ਸੀ। ਤੇ ਗੁਰੂ ਸਾਹਿਬ ਜੀ ਗੁਰਬਾਣੀ ਦੇ ਇਸ ਸ਼ਬਦ ਰਾਹੀਂ ਸਾਨੂੰ ਦੱਸਦੇ ਨੇ, ਜੋ ਕਿ ਭਗਤ ਕਬੀਰ ਜੀ ਦਾ ਹੈ। ਕਹਿੰਦੇ ਨੇ ਕਿ ਜੋਗੀ ਗੋਰਖ ਗੋਰਖ ਕਰੇ। ਜੋਗੀ ਕੀ ਕਰਦੇ ਸੀਗੇ? ਮੁੱਖੋਂ ਗੋਰਖ ਗੋਰਖ ਦਾ ਰਟਨ ਕਰਦੇ ਸੀਗੇ। ਕੋਈ ਅਲਖ ਨਿਰੰਜਨ ਵੀ ਆਖਦਾ ਸੀਗਾ। ਤੇ ਹਿੰਦੂ ਜਣੇ, ਹਿੰਦੂ ਮਤ ਸੀਗੀ, ਉਹ ਜੀਵ ਕੀ ਕਰਦੇ ਸੀਗੇ? ਰਾਮ ਰਾਮ ਮੁੱਖੋਂ ਹੀ ਰਟਦੇ ਸੀਗੇ। ਆਪਾਂ ਆਮ ਤੌਰ ਤੇ ਪੜ੍ਹਦੇ ਹੀ ਹਾਂ ਕਿ ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ। ਰਾਮ ਰਾਮ ਭਾਵੇਂ ਮੁੱਖੋਂ ਜਿੰਨੀ ਵਾਰੀ ਕਹੀ ਜਾਓ, ਲੇਕਿਨ ਕਹਿਣ ਨਾਲ ਰਾਮ ਨਹੀਂ ਹੁੰਦਾ। ਤੇ ਮੁਸਲਮਾਨ ਕਾ ਏਕ ਖੁਦਾਏ। ਤੇ ਮੁਸਲਮਾਨ ਕਹਿੰਦੇ ਸੀਗੇ ਕਿ ਪਰਮਾਤਮਾ ਜਿਹੜਾ ਹੈ, ਉਹਨਾਂ ਦਾ ਜਿਹੜਾ ਅੱਲਾ ਹੈ, ਉਹ ਇੱਕ ਹੈ, ਕਿਤੇ ਸੱਤਵੇਂ ਅਸਮਾਨ ਦੇ ਵਿੱਚ ਬੈਠਦਾ ਹੈ, ਕਿਤੇ ਸੱਤਵੇਂ ਅਸਮਾਨ ਦੇ ਵਿੱਚ ਰਹਿੰਦਾ ਹੈ, ਕਿ ਸਾਰਿਆਂ ਨੂੰ ਮੁਸਲਮਾਨ ਆਪਾਂ ਬਣਾਵਾਂਗੇ, ਹਨਾ। ਕਿਉਂਕਿ ਪਰਮਾਤਮਾ ਕਿਸੇ ਇੱਕ ਦਾ ਨਹੀਂ ਹੈ, ਉਹ ਸਾਰਿਆਂ ਨੂੰ ਇੱਕੋ ਤਰੀਕੇ ਨਾਲ ਪਾਲ ਰਿਹਾ ਹੈ, ਇੱਥੋਂ ਸਵਾਸ ਦੇ ਕੇ। ਤੇ ਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਨੇ, ਕਹਿੰਦੇ ਨੇ, ਜੋਗੀ ਗੋਰਖ ਗੋਰਖ ਕਰੈ ਹਿੰਦੂ ਰਾਮ ਰਾਮ ਉਚਰੈ ਮੁਸਲਮਾਨ ਕਾ ਏਕ ਖੁਦਾਏ। ਲੇਕਿਨ ਹੁਣ ਉਹ ਦੱਸਦੇ ਨੇ ਕਿ ਸਾਡੀ ਕਿਹੜੀ ਮੱਤ ਹੈ, ਅਸੀਂ ਕਿਵੇਂ ਉਸ ਪਰਮਾਤਮਾ ਦਾ ਸਿਮਰਨ ਕਰਨਾ ਹੈ, ਉਹ ਪਰਮਾਤਮਾ ਕਿਹੜਾ ਹੈ। ਕਬੀਰ ਜੀ ਕਹਿੰਦੇ ਨੇ, ਕਬੀਰ ਕਾ ਸੁਆਮੀ ਰਿਹਾ ਸਮਾਏ। ਜਿਹੜਾ ਸੁਆਮੀ ਪਰਮਾਤਮਾ ਹੈ, ਉਹ ਕਿੱਥੇ ਰਹਿੰਦਾ ਹੈ? ਉਹ ਹਰ ਜਗ੍ਹਾ ਰਮਿਆ ਹੋਇਆ ਹੈ, ਸਮਾਇਆ ਹੋਇਆ ਹੈ। ਕਿਉਂਕਿ ਉਹ ਸਾਰੇ ਜੀਵਾਂ ਨੂੰ, ਚਾਹੇ ਕੋਈ ਆਕਾਸ਼ ਦੇ ਵਿੱਚ ਉੱਡਦਾ ਹੋਵੇ, ਚਾਹੇ ਉਸ ਜ਼ਮੀਨ ਦੇ ਵਿੱਚ ਹੋਵੇ, ਉਹ ਸਾਰਿਆਂ ਨੂੰ ਇੱਕੋ ਤਰੀਕੇ ਨਾਲ ਪਾਲ ਰਿਹਾ ਹੈ। ਕਿਵੇਂ? ਇੱਥੋਂ ਸਵਾਸ ਦੇ ਕੇ। ਉਹ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰ ਰਿਹਾ। ਭਾਵੇਂ ਅਸੀਂ ਕਿਸੇ ਵੀ ਭਾਸ਼ਾ ਦੇ ਵਿੱਚ ਕੋਈ ਵੀ ਅੱਖਰ ਦੇ ਨਾਲ ਅਗਰ ਉਸ ਦਾ ਅਸੀਂ ਰਟਨ ਕਰੇ ਜਾਈਏ, ਇਸ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ। ਇਸ ਨੂੰ ਗੁਰਬਾਣੀ ਸਿਮਰਨ ਨਹੀਂ ਆਖਦੀ। ਤੇ ਪਿਆਰਿਓ, ਜਿਹੜਾ ਪਰਮਾਤਮਾ ਦਾ ਸਿਮਰਨ ਹੈ, ਉਹ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਗੁਰ ਦੀ ਮੱਤ, ਗੁਰ ਦਾ ਗਿਆਨ, ਉਹ ਜੁਗਤ ਲੈ ਕੇ ਉਸ ਜੁਗਤ ਦੇ ਰਾਹੀਂ ਪਰਮਾਤਮਾ ਨੂੰ ਨੇੜੇ ਦੇਖਣਾ ਸਮਝ ਜਾਂਦੇ ਹਾਂ। ਉਸ ਨੇੜੇ ਵਸਦੇ ਪਰਮਾਤਮਾ ਦੀ ਪਛਾਣ ਕਰ ਲੈਂਦੇ ਹਾਂ। ਉਸ ਜੁਗਤੀ ਰਾਹੀਂ ਪਵਨ ਨੂੰ ਅੱਡ ਕਰਦੇ ਹਾਂ। ਪ੍ਰਕਾਸ਼ ਰੂਪੀ ਜਿਹੜਾ ਨਾਮ ਹੈ, ਜਿਹੜਾ ਗੁਪਤ ਰੂਪ 'ਚ ਇਹ ਸੰਸਾਰ ਦੇ ਵਿੱਚ ਵਰਤ ਰਿਹਾ ਹੈ, ਗੁਪਤੋ ਨਾਮ ਵਰਤੈ ਵਿੱਚ ਕਲਯੁਗ, ਹਨਾ। ਜਿਹੜਾ ਗੁਪਤ ਰੂਪ ਵਿੱਚ ਵਰਤ ਰਿਹਾ ਹੈ, ਉਸ ਨੂੰ ਸਮਝ ਜਾਂਦੇ ਹਾਂ, ਉਸ ਦੀ ਪਛਾਣ ਕਰ ਲੈਂਦੇ ਹਾਂ, ਤੇ ਹਰ ਪਾਸੇ ਉਸ ਨੂੰ ਦੇਖਦੇ ਹਾਂ, ਤੇ ਦੇਖ ਦੇਖ ਕੇ ਉਸ ਦੀ ਸੇਵਾ ਕਰਦੇ ਹਾਂ। ਤੇ ਹੋ ਸਕਦਾ ਹੈ ਕਿ ਕਈ ਵੀਰ ਜਾਂ ਭੈਣ ਇਸ ਵਿਚਾਰ ਨਾਲ ਨਾ ਵੀ ਸਹਿਮਤ ਹੋਣ। ਜੋ ਕੁਝ ਵੀ ਆਪਾਂ ਗੁਰਮੁਖਾਂ ਪਾਸੋਂ ਸਿੱਖਿਆ, ਹਨਾ, ਸਮਝਿਆ, ਉਹ ਆਪ ਜੀ ਦੇ ਨਾਲ ਸ਼ੇਅਰ ਕੀਤਾ ਜੀ। ਜੇਕਰ ਕਿਸੇ ਵੀ ਵੀਰ ਜਾਂ ਭੈਣ ਦਾ ਕੋਈ ਸਵਾਲ ਹੋਵੇ ਜਾਂ ਕੋਈ ਹੋਰ ਉਹ ਵਿਚਾਰ ਕਰਨਾ ਚਾਹੁੰਦੇ ਹੋਣ, ਹਨਾ, ਤੇ ਆਪ ਜੀ
ਡਿਸਕ੍ਰਿਪਸ਼ਨ ਵਿੱਚ ਦਿੱਤੇ ਇੰਸਟਾਗ੍ਰਾਮ ਲਿੰਕ ਦੇ ਰਾਹੀਂ ਕਨੈਕਟ ਹੋ ਸਕਦੇ ਹੋ, ਉਸ 'ਤੇ ਮੈਸੇਜ ਕਰਕੇ ਜਾਂ ਉਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਇੰਸਟਾਗ੍ਰਾਮ ਹੈ ਉਸ ਦੇ ਮੇਨ ਪੇਜ ਦੇ ਉੱਪਰ ਨੰਬਰ ਵੀ ਦਿੱਤੇ ਹੋਏ ਨੇ, ਆਪ ਜੀ ਕਾਲ ਕਰਕੇ ਵੀ ਵਿਚਾਰ ਕਰ ਸਕਦੇ ਹੋ ਜੀ। ਤੇ ਇਤਨੀ ਕੁ ਬੇਨਤੀ ਪ੍ਰਵਾਨ ਕਰਨੀ, ਵਿਚਾਰ ਕਰਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਸੰਗਤ ਤੇ ਸਤਿਗੁਰੂ ਜੀ ਬਖਸ਼ਣ ਜੋਗੋ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।